ਚਾਰ ਤੇ ਗੰਢਿਆਂ ਨਾਲ ਰੋਟੀ ਖਾਣਾ ਆਰਡਰ ਦੀ ਸਾਨੂੰ ਲੋੜ ਨਹੀਂ ਹੈ ਆਰਡਰ ਦੀ ਲੋੜ ਨਹੀਂ ਸਾਡੇ ਕੋਲ ਆਰਡਰ ਦਵਾ ਦਿੱਤੀ ਆ ਮੈਂ ਕਿਹਾ ਮੈਂ ਵੀ ਵੈਸਟ ਇੰਡੀਜ਼ ਵਾਲਾ ਹੀ ਲੱਗੂ ਪਰਵਾਹ ਨਾ ਕਰ ਜੇ 2 ਜਰਮਨੀ ਦਾ ਖੜਾ ਰਹੂੰਗਾ ਇੱਥੇ ਹੈ ਸਵਾਲ ਇਹ ਹੈ ਕਿ ਮੈਂ ਅੱਜ ਹੁਣ ਤੇ ਮੁਕਤਾਂ ਇਹਨਾਂ ਮਿਹਨਤੀ ਲੋਕਾਂ ਦੀ ਆਵਾਜ਼ ਚੁੱਕਣਾ ਆ ਕਈ ਕਹਿਣਗੇ ਜੀ ਗਰੀਬ ਇੱਥੇ ਤਾਂ ਅਸਲ ਗੱਲ ਇਹ ਹੈ ਕਿ ਇਹਨਾਂ ਦੀ ਜੇ ਮਿਹਨਤ ਦਾ ਮੁਕਤ ਨਹੀਂ ਫਿਰ ਕਿਸੇ ਦੀ ਮਿਹਨਤ ਦੀ ਮੁਕਤ ਨਹੀਂ ਹੁਣ ਵੇਖੋ ਆ ਤਾਰਾਂ ਨੇ ਇਧਰੋਂ ਜਿਹੜਾ ਇੱਕ ਦੇਖਣ ਦੇ ਜਿਹੜਾ ਆ ਤਾਰਾਂ ਨੇ ਆ ਤਾਰ ਹੈ ਆ ਥੋੜਾ ਜਿਹਾ ਪਿੱਛੇ ਇਹ ਆ ਸਾਹਮਣੇ ਜਿਹੜੀ ਹੈ ਨਾ ਇਹ ਜਿਹੜੀ ਜਿੱਥੇ ਜਵਾਨ ਪਰੇਡ ਕਰਦੇ ਆ ਜੀ ਠੀਕ ਹੈ ਤੇ ਇਦੋਂ ਅੱਗੇ ਆ ਖੇਤ ਨੇ ਹੁਣ ਕਿਸਾਨਾਂ ਦੇ ਸਾਡੇ ਜਿੱਥੇ ਕਹਿੰਦੇ ਨੇ ਵੀ ਅਚਾਰ ਨਾਲ ਤੇ ਗੰਢਿਆਂ ਨਾਲ ਖਾਣੇ ਰੋਟੀ ਹਾਂ ਤੇ ਅਸੀਂ ਤੇ ਦੇਸੀ ਘਿਓ ਨਾਲ ਖਾਣੇ ਆ ਇਹੋ ਜੀ ਗੱਲ ਨਹੀਂ ਇਹ ਉਹ ਪਿੱਛੇ ਇਹ ਕਿਉਂ ਹੈ ਗੁਰਬਤ ਕਿਉਂਕਿ 2018 ਤੋਂ ਇਹਨਾਂ ਮਿਹਨਤ ਕਸ ਖੂਨ ਪਸੀਨਾ ਬਹਾ ਕੇ ਰੋਟੀ ਖਾਣ ਵਾਲਿਆਂ ਨੂੰ ਕੋਈ ਕੰਪਨਸੇਸ਼ਨ ਨਹੀਂ ਮਿਲੀ ਔਰ ਇਹ ਕੰਪਨਸੇਸ਼ਨ ਦਾ ਬੇਸਿਕ ਹੀਲਾ ਔਰ ਇਹ ਚ ਕੋਈ ਇਹ ਨਾ ਸੋਚੇ ਵੀ ਮੈਂ ਕਿਸੇ ਸਰਕਾਰ ਦੀ ਨਿੰਦਾ ਕਰਨਾ ਆ ਜਾਂ ਮੈਂ ਕਿਸੇ ਸਰਕਾਰ ਦੇ ਪੱਖ ਚ ਆਇਆ ਮੈਂ ਕਿਸਾਨ ਦੇ ਪੱਖ ਚ ਆਇਆ ਔਰ ਮੈਂ ਸਾਫ਼ ਕਹਿਣਾ ਕਿ ਇਹਦੇ ਚ 50% ਸਟੇਟ ਦੀ ਸਰਕਾਰ ਪਾਉਂਦੀ ਹੈ ਮੈਨੂੰ ਉਦੋਂ ਵੀ ਯਾਦ ਹੈ ਕਿ ਜਦੋਂ ਮੈਂ ਅੰਮ੍ਰਿਤਸਰ ਪਹਿਲੀ ਵਾਰ ਐਮਪੀ ਬਣਿਆ ਉਦੋਂ 4000 ਹੁੰਦੀ ਸੀ ਕੰਪਨਸੇਸ਼ਨ ਤੇ ਅੱਜ 10000 ਹੈ ਕੰਪਨਸੇਸ਼ਨ ਸਟੇਟ ਦੀ ਸਰਕਾਰ ਜਿਹੜੀ ਹੈਗੀ ਆ ਉਹ 50% ਪਾਉਂਦੀ ਹੈ ਤੇ ਸੈਂਟਰ ਦੀ ਸਰਕਾਰ 50% ਪਾਉਂਦੀ ਹੈ ਇਸੇ ਕਰਕੇ ਮੈਂ ਕਹਿਣਾ ਕਿ ਪੰਜਾਬ ਦੇ ਲਾਅ ਐਂਡ ਆਰਡਰ ਨੂੰ ਛੱਡ ਕੇ ਹਰ ਮਸਲੇ ਦਾ ਹੱਲ ਇਨਕਮ ਹੈ ਜੇ ਤੁਹਾਡੇ ਕੋਲ 50 ਪੈਸੇ ਹੋਣ ਤੇ ਤੁਹਾਨੂੰ ਰੁਪਈਆ ਮਿਲਦਾ ਹੈ ਔਰ ਨਾ ਸਿਰਫ ਤੁਹਾਨੂੰ ਰੁਪਈਆ ਮਿਲਦਾ ਇਹਨਾਂ ਕਿਸਾਨਾਂ ਦਾ ਗੰਢੇ ਨਾਲ ਰੋਟੀ ਖਾਣ ਦਾ ਤੇ ਦਾਲ ਮੱਖਣੀ ਖਾਣ ਦਾ ਇੰਨਾ ਹੀ ਫਰਕ ਇੰਨਾ ਤਾਂ ਡਿਜ਼ਰਵ ਕਰਦੇ ਹੀ ਆ ਨਾ ਠੀਕ ਹੈ ਹੁਣ ਮਜਬੂਰੀ ਇਹ ਹੈ ਕਿ ਜ਼ਮੀਨ ਆ ਜ਼ਮੀਨ ਇਹਨਾਂ ਦੀ ਇਹ ਕਿਹਦੀ ਜ਼ਮੀਨ ਹੈ ਸਾਹਮਣੇ ਇਹ ਤੁਹਾਡੀ ਹੈ ਕੀ ਨਾਂ ਹੈ ਜੱਟੂ ਸਿੰਘ ਕਿੰਨੀ ਹੈ ਇਹ ਤਾਂ 4.5 ਕਿੱਲੇ ਮੇਰੇ ਕੋਲ ਇੱਥੇ 4.5 ਇੱਥੇ ਸਭ ਤੋਂ ਵੱਧ ਕਿਹਦੀ ਹੈ ਇੱਥੇ ਤਾਂ ਵੱਧ ਕੋਨੀ 4-5 ਏਕੜ ਵਾਲਾ ਅੱਛਾ 4-4 5-5 ਕਿੱਲੇ ਆ ਤੇ ਸਵੇਰੇ ਜਿਹੜਾ ਇੱਕ ਜਾਨਵਰ ਦੀ ਸਾਨੂੰ ਬੜੀ ਦਿੱਕਤ ਰਹਿੰਦੀ ਸਰ ਜਾਨਵਰ ਸੂਰ ਹੈ ਨਾ ਸੂਰ ਖਾ ਜਾਂਦੇ ਇਹ ਤਾਂ ਜੀ ਪਾਣੀ ਪੀਣ ਨੂੰ ਨਾ ਲਾਇਕ ਰਹਿ ਗਿਆ ਤੇ ਨਾ ਹੀ ਫਸਲ ਦੇ ਲਾਉਣ ਸਭ ਤੇ ਫਿਰ ਪਾਣੀ ਕਿੱਥੋਂ ਲਾਉਂਦੇ ਪਾਣੀ ਤਾਂ ਫਸਲ ਖਰਾਬ ਹੋ ਰਹੀ ਕਲਰ ਬਣ ਰਹੀ ਸਰ ਕਲਰ ਹੁਣ ਵੇਖੋ ਇਹਨਾਂ ਦੀ ਸਾਰ ਜੇ ਨਾਲ ਲਵਾਂਗੇ ਤੇ ਕਿਹਦੀ ਸਾਰ ਲਵਾਂਗੇ ਮੈਨੂੰ ਦੱਸੋ ਹਾਂਜੀ ਤੁਸੀਂ ਕਹਿੰਦੇ ਹੋ ਕਿਸਾਨਾਂ ਦੀ ਗੱਲ ਮੈਂ ਕਹਿੰਦਾ ਕੰਪਨਸੇਸ਼ਨ ਦੀ ਗੱਲ ਮੈਂ ਕੀਤੀ ਸੀ ਅੱਜ ਤੋਂ 20 ਦਿਨ ਪਹਿਲਾਂ ਅੱਜ ਕਿਸਾਨ ਧਰਨੇ ਵੀ ਲਾ ਰਹੇ ਆ ਵੇਖੋ 2 ਘੰਟੇ ਬਿਜਲੀ ਆਉਂਦੀ ਹੈ 2 ਘੰਟੇ ਤੇ ਅੱਜ ਮੈਂ ਸਵੇਰੇ ਕਿਹਾ ਸੀਗਾ ਅੱਜ PPCL ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਜੇ ਮੈਂ ਤੁਸੀਂ ਕਹੋ ਤਾਂ ਮੈਂ ਪੜ੍ਹ ਕੇ ਸੁਣਾ ਦੇਣਾ जी ਤੁਸੀਂ ਸੁਣਨਾ ਚਾਹੋਗੇ सुना ਲਓ ਸਰ ਦੋਸਤੋ ਬਹੁਤ ਪਾਣੀ ਦਾ नहीं मैं मुंह जबानी रहा था ना नहीं शॉर्ट में बता दो सर ਸਰ ਹੋਰ ਛੋਟੀ ਜੀ ਬੇਨਤੀ ਹੈ ਸ਼ਾਰਟ में ये है ਸ਼ਾਰਟ में ये है कि ਭਾਈ ਤੁਸੀਂ ਪੰਜਾਬ ਦੇ ਲੋਕ ਹੁਣ ਸਾਡੇ ਨਾਲ ਥੋੜੀ ਜੀ ਕੋਆਪਰੇਸ਼ਨ ਕਰੋ ਕਿਉਂਕਿ ਅਗਲੇ 3 ਦਿਨ ਤਲਵੰਡੀ ਸਾਬੋ ਤੇ ਰੋਪੜ ਵਾਲਾ ਪਲਾਂਟ ਬੰਦ ਰਹੇਗਾ ਉਹ ਭਾਈ ਹੁਣ ਹੋਰ ਕਿਹੜੀ ਕੋਆਪਰੇਸ਼ਨ ਕਰਦੇ ਹੋ ਜੇ 22 ਘੰਟਿਆਂ ਚੋਂ 2 ਘੰਟੇ ਤੇ ਆਉਂਦੀ ਹੈ ਹੁਣ 2 ਘੰਟੇ ਵੀ ਨਹੀਂ ਆਉਣੀ ਇਹ ਹਿਸਾਬ ਹੈ ਇੱਕ ਮੌਕਾ ਆਪ ਨੂੰ ਨਾ ਬੱਤੀ ਦਿਨ ਨੂੰ ਤੇ ਨਾ ਰਾਤ ਨੂੰ ਇਹ ਹਿਸਾਬ ਤਾਂ सिद्धू साहब ये पंजाब में ਮੱਛਰ ਹੈਗਾ ਪਿੰਡ एक मिनट यार बात कर लेना ਖੈਰ ਯਾਰ ਤੂੰ ਸੁਣਦੇ ਹੋ ਨਹੀਂ ਸੁਣਦੇ ਨਾ ਮੈਂ ਰਾਤ ਨੂੰ ਹੀ ਨਹੀਂ ਦਿੰਦੇ ਰਾਤ ਨੂੰ ਵੀ ਨਹੀਂ ਆਉਂਦੀ ਉਹ ਬੱਚੇ ਸਾਰ ਰਾਤ ਰੋਂਦੇ ਲਾਂਦੇ ਬਿਜਲੀ ਵਾਲਿਆਂ ਨੂੰ ਇੱਕ ਮੈਂ ਠਹਿਰ ਨਾ ਤੇਰੇ ਸਵਾਲਾਂ ਦੀ ਗੱਲ ਛੱਡ ਮੈਂ ਲੋਕਾਂ ਦੀ ਗੱਲ ਕਰਦਾ ਦੱਸ ਵੀ ਕਿੰਨੀ ਬੱਤੀ ਆਉਂਦੀ ਆ ਇਹ ਤਾਂ ਮੇਰੇ ਰਿਸ਼ਤੇਦਾਰ ਨਹੀਂ हां सर सवेरे 1 घंटा सिर्फ चल ही रहा ਇਹ ਕਹਿਣਾ ਸਾਡੀ ਕੱਲ ਤੇ ਰਾਤੀ रात ਮਣ ਕਿੱਲਾ ਜੜੀ तकरीबन 11:30 ਮਣ ਕੋਲ ਨਿਕਲੀ ਕਿੰਨੇ ਮਣ 20 मण 11:30 ਦਿੱਤੀ ਨਹੀਂ ਸਾਰੇ ਕੱਟ ਲਾ सारे काट सर ਸਾਰੇ ਕੱਟ ਨਹੀਂ 4 ਦਿਨ ਹੋ ਗਏ ਲਾਈਟ ਹੀ ਨਹੀਂ ਆਈ ਸਰ ਕਬਾਏ ਵੀ ਆਪਾਂ ਜਨਰੇਟਰ ਹੀ ਚਲਾਈ ਰੱਖਿਆ ਸਵੇਰੇ ਤੇ ਜਨਰੇਟਰ ਤੁਸੀਂ ਤੇ ਜਨਰੇਟਰ ਚਲਾ ਲਓ ਹੁਣ ਇਹ ਜਿਹੜਾ ਅਸੀਂ ਕਿੱਥੇ ਚਲਾਈਏ 100 ਰੁਪਏ ਲੀਟਰ ਸਰ ਡੀਜ਼ਲ ਹੈਗਾ 100 ਸਿੱਧੂ ਸਾਹਿਬ ਛੋਟੀਆਂ ਛੋਟੀਆਂ ਦੁਕਾਨਾਂ ਹਟ ਤੇ ਜਾ ਯਾਰ। ਛੋਟੀਆਂ ਛੋਟੀਆਂ ਦੁਕਾਨਾਂ ਤੇ ਛਾਪੇ ਮਾਰਨੇ ਸ਼ੁਰੂ ਮੇਰੇ 30,000% ਜੁਰਮਾਨਾ ਕਰਕੇ ਵੀ 13 ਮਾਫੀ ਵਾਲਾ ਮੀਟਰ ਲੱਗਿਆ ਜੀ ਛੋਟੀ ਦੁਕਾਨ ਕਰਿਆਨੇ ਦੀ ਆਹ ਹਾਲ ਸ਼ੁਰੂ ਕਰਤਾ ਪਿੰਡ ਦੇ ਵਿੱਚ ਇਹਨੇ ਧੱਕੇਸ਼ਾਹੀ ਹੋ ਰਹੀ ਮਤਲਬ ਜਿਹਦੇ ਕੋਲ 30 ਰੁਪਏ ਨਹੀਂ ਹੈਗੇ
ਹੁਣ ਜਿਹੜੀ ਝਾੜ ਘਟਣ ਦੀ ਗੱਲ ਕੀਤੀ ਹੈ, ਮੈਂ ਪਿਛਲੇ 20 ਦਿਨਾਂ ਦਾ ਕਹਿ ਰਿਹਾ ਕਿ ਭਾਵੇਂ ਝਾੜ ਘਟਿਆ ਪਰ ਪਰਮਾਤਮਾ ਹਰੇਕ ਅਖਿਆਈ ਦੇ ਵਿੱਚ ਕੋਈ ਨਾ ਕੋਈ ਖਿੜਕੀ ਦਰਵਾਜ਼ਾ ਜ਼ਰੂਰ ਖੋਲ੍ਹਦਾ। 4000 ਰੁਪਏ ਨੂੰ 3500 ਰੁਪਏ ਨੂੰ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਕਣਕ ਵਿਕ ਰਹੀ ਹੈ ਜੀ, ਕਿਉਂਕਿ ਕਣਕ ਦੀ ਸਕੈਰਸਿਟੀ ਹੈ ਔਰ ਖਾਸ ਤੌਰ ਤੇ ਯੂਕਰੇਨ ਔਰ ਰਸ਼ੀਆ ਦੀ ਲੜਾਈ ਕਰਕੇ, ਇਸ ਆਪਦਾ ਕਰਕੇ ਇਹ ਕਣਕ ਬੜੀ ਜ਼ਿਆਦਾ ਮਹਿੰਗੀ ਹੋ ਗਈ ਹੈ। ਹੁਣ ਮੈਨੂੰ ਦੱਸੋ 400 ਰੁਪਏ ਕੰਪਨਸੇਸ਼ਨ ਕਿਉਂ ਨਹੀਂ ਦੇ ਰਹੇ ਭਾਈ? ਦੂਜੀ ਗੱਲ 22 ਕਿਸਾਨਾਂ ਨੇ ਖੁਦਕੁਸ਼ੀ ਕਰ ਲਈ। ਮੈਂ ਤੁਹਾਨੂੰ ਜੇ ਨਾਮ ਤੁਸੀਂ ਨਾਮ ਤੁਹਾਡੇ ਕੋਲ ਹੋਣੇ, ਲੇਕਿਨ ਕਿਸ ਤਰੀਕੇ ਨਾਲ ਕਿਸੇ ਨੇ ਗੱਡੀ ਅੱਗੇ ਆ ਕੇ, ਕਿਸੇ ਨੇ ਫਾਹਾ ਲਾ ਕੇ, ਕਿਸੇ ਨੇ ਟੋਭੇ ਛਾਲ ਮਾਰ ਕੇ, ਟੋਭੇ 'ਚ ਨੀਵਾਂ ਹੋ ਕੇ ਉੱਥੇ ਛਾਲ ਮਾਰ ਕੇ, ਕਿਸੇ ਨੇ ਗੱਡੀ ਦੇ ਅੱਗੇ ਛਾਲ ਮਾਰ ਕੇ। ਕੱਲ ਪਰਸੋਂ ਮੈਂ ਗਿਆ ਸੀ ਜਿੱਥੇ ਆਪਾਂ ਗਏ ਸੀ, ਕਿੱਥੇ ਗਏ ਸੀ? ਮੋੜ ਗਿਆ ਸੀ ਮੈਂ, ਨਹੀਂ ਨਾਭੇ, ਤੁੰਗਾ ਨਾਭੇ ਗਿਆ ਸੀ ਮੈਂ। ਉਹਨੇ ਸਲਫਾਸ ਖਾ ਕੇ, ਔਰ ਕਹਿੰਦੇ ਇੰਨੀ ਕੁ ਦਰਦ ਹੁੰਦੀ ਹੈ ਜਦੋਂ ਸਲਫਾਸ ਖਾਂਦਾ ਬੰਦਾ, ਅੰਤਾਂ ਉਤਾਂ ਪੜਦੀ, ਕਹਿੰਦੇ ਮਤਲਬ ਜਿਵੇਂ ਮੱਛੀ ਮਰ ਗਿਆ ਸੀ। ਕਹਿੰਦੇ ਕੋਈ ਅਹਿਸਾਸ ਹੀ ਨਹੀਂ ਸੀ ਉਹਨੂੰ। ਕਹਿੰਦਾ ਮੈਂ ਜੀ ਕੇ ਲੈਣਾ ਕੀ ਹੈ। ਔਰ ਉਹ ਇਸ ਕਰਕੇ ਵੀ ਅਗਲੇ ਠੇਕੇ ਲੈਣ ਤੋਂ ਅੱਜ ਉਹਦੀ ਹਾਲਾਤ ਇਹੋ ਜਿਹੇ ਨਹੀਂ ਕਿ ਮੈਂ ਅਗਲਾ ਠੇਕਾ ਲੈ ਸਕਾਂ। ਸੋ ਇਸ ਕਰਕੇ ਮੈਂ ਫੇਰ ਦਰਖਾਸਤ ਕਰਦਾ ਸੈਂਟਰ ਦੀ ਸਰਕਾਰ ਨੂੰ ਕਿ ਨੰਬਰ 1 ਜਿਹੜੇ ਤਾਰਾਂ ਪਾਰ ਵਾਲੇ ਜਿੰਨੇ ਕਿਸਾਨ ਨੇ, ਇਹਨਾਂ ਦੀ ਮੈਂ ਡਿਪਟੀ ਕਮਿਸ਼ਨਰ ਨੂੰ ਵੀ ਫੋਨ ਕੀਤਾ ਸੀ ਤੇ ਡਿਪਟੀ ਕਮਿਸ਼ਨਰ ਕਹਿੰਦਾ ਸਰ ਮੈਂ ਦੇਖ ਕੇ ਦੱਸੂਗਾ। ਤੇ ਮੈਨੂੰ ਤਾਂ ਪਤਾ ਸੀ ਵੀ 2018 ਤੋਂ ਕੋਈ ਕੰਪਨਸੇਸ਼ਨ ਨਹੀਂ ਮਿਲੀ। ਇਸੇ ਕਰਕੇ ਮੈਂ ਕਹਿੰਦਾ ਕਿ ਮਾਫੀਆ ਰਾਜ ਖਤਮ ਹੋਣਾ ਚਾਹੀਦਾ ਹੈ। ਕਿਉਂ ਅਸੀਂ ਸੁਵਿਧਾਵਾਂ ਨਹੀਂ ਦੇ ਸਕਦੇ? ਕਿਉਂ ਅਸੀਂ ਸਹੂਲਤਾਂ ਨਹੀਂ ਦੇ ਪਾ ਰਹੇ? ਕਿਉਂ ਅਸੀਂ 600 ਯੂਨਿਟ ਨਹੀਂ ਦੇ ਪਾ ਰਹੇ? ਕਿਉਂ ਇਹਨਾਂ ਕੱਚਿਆਂ ਨੂੰ ਪੱਕੇ ਨਹੀਂ ਕਰ ਪਾ ਰਹੇ? ਕਿਉਂ ਇਹ ਨੌਕਰੀਆਂ ਜਿਹੜੀਆਂ ਦਿੱਤੀਆਂ ਨੇ ਇਹਨਾਂ ਨੂੰ ਨੋਟੀਫਿਕੇਸ਼ਨ ਨਹੀਂ ਕਰ ਪਾ ਰਹੇ? ਕਿਉਂਕਿ ਸਾਡੇ ਕੋਲ ਸੋਰਸਸ ਆਫ ਇਨਕਮ ਹੈ ਹੀ ਨਹੀਂ। ਸਮਝੋ ਜੇ ਹੋਣ ਤੇ 50 ਪੈਸੇ ਦੇ ਕੇ ਤੁਸੀਂ ਰੁਪਈਏ ਲੈ ਸਕਦੇ। ਔਰ ਇਹ ਜਿਹੜੀ ਔਰ ਜਿਹੜੀ ਇਨਕਮ ਹੈ 2007 ਚ ਇਹ ਸਟੇਟ ਦੀ ਇਨਕਮ ਨੂੰ ਡਬਲ ਕਰ ਸਕਦੇ ਆ। ਹੁਣ ਜੇ 50 ਪੈਸੇ ਪਾ ਕੇ ਤੁਹਾਨੂੰ ਰੁਪਈਆ ਦਿੰਦਾ ਹੋਵੇ, ਇੱਕ ਮਿੰਟ ਜੇ ਤੁਹਾਨੂੰ 50 ਪੈਸੇ ਪਾ ਕੇ ਰੁਪਈਆ ਦਿੰਦਾ ਹੋਵੇ ਤੇ ਤੁਸੀਂ ਕਿਉਂ ਨਹੀਂ ਲਓਗੇ? ਮੈਂ ਇਹੀ ਕਹਿਣਾ ਕਿ ਇਸ ਮਾਫੀਏ ਨੂੰ ਮਾਰੋ। 6 ਚੀਜ਼ਾਂ ਨੇ ਜਿਹੜੀਆਂ ਅੱਜ ਸਰਕਾਰ ਕਰ ਸਕਦੀ ਹੈ। ਨੰਬਰ 1 ਸ਼ਰਾਬ, ਇਹਨਾਂ ਦੀ ਚੰਗੀ ਨੀਤੀ ਆਣੀ ਚਾਹੀਦੀ ਹੈ। ਇਹ GST ਤੋਂ ਪਰੇ ਨੇ, ਠੀਕ ਹੈ ਜੀ। ਨੰਬਰ 2 ਸੈਂਡ, ਕੇਜਰੀਵਾਲ ਸਾਹਿਬ ਤਾਂ ਝੂਠੇ ਨੇ, ਸੁਖਬੀਰ ਨਾਲ ਕੰਪੀਟੀਸ਼ਨ ਹੈ ਉਹਨਾਂ ਦਾ, ਠੀਕ ਹੈ ਕਿ ਨਹੀਂ? ਉਹ ਤੇ ਇੰਨੇ ਝੂਠੇ ਨੇ। ਉਹ ਕਹਿੰਦਾ 20,000 ਕਰੋੜ ਰੇਤੇ ਚੋਂ ਕੱਢਾਂਗੇ। ਜਦ ਤੱਕ ਠੇਕੇਦਾਰੀ ਸਿਸਟਮ ਹੈ ਨਾ 20,000 ਕਰੋੜ ਕੀ 200 ਕਰੋੜ ਨਹੀਂ ਨਿਕਲਦਾ, ਠੀਕ ਹੈ। ਇਹ ਚੀਜ਼ਾਂ GST ਤੋਂ ਬਾਹਰ ਨੇ, ਇਹਨਾਂ ਚੋਂ ਪੈਸੇ ਨਿਕਲ ਸਕਦੇ ਆ, ਰੇਤੇ ਚੋਂ, ਸ਼ਰਾਬ ਚੋਂ, ਟਰਾਂਸਪੋਰਟ ਚੋਂ ਤੇ ਕੇਬਲ ਚੋਂ। ਅੱਜ ਕਿਤੇ ਛਾਪਾ ਛੂਪਾ ਮਾਰਿਆ, ਮੈਂ ਤਾਰੀਫ ਕਰਦਾ। ਉਸ ਤੋਂ ਬਾਅਦ ਜ਼ਮੀਨਾਂ ਕਬਜ਼ੇ 'ਚ ਨੇ, ਬੜੇ ਬੜੇ ਧਨਾਟਾਂ ਨੇ ਜ਼ਮੀਨਾਂ ਕਬਜ਼ੇ 'ਚ ਕੀਤੀਆਂ ਹੋਈਆਂ ਨੇ। ਬੜੀਆਂ ਸਟੇਟਮੈਂਟਾਂ ਸੁਣੀਆਂ, ਮੈਨੂੰ ਬੜੀ ਖੁਸ਼ੀ ਹੈ। ਅਸੀਂ ਤੇ ਜਿਹੜੇ ਚੀਫ ਮਿਨਿਸਟਰ ਨੂੰ ਦੇ ਕੇ ਆਏ ਸੀ ਰਿਪੋਰਟ ਬਣਾਈ ਕਿ ਮੈਂ ਸੀ ਚੇਅਰਮੈਨ ਸਬ ਕਮੇਟੀ ਦਾ, ਮੈਂ ਜਿਹੜੇ ਚੀਫ ਮਿਨਿਸਟਰ ਨੂੰ ਦੇ ਕੇ ਉਹਦੀ ਆਪਦੀ ਦੱਬੀ ਹੋਈ ਸੀ ਤੇ ਉਹਨੇ ਕਾਰਵਾਈ ਕਰਨੀ ਸੀ। ਕਰੋ ਕਾਰਵਾਈ ਠੋਕ ਕੇ, ਅਸੀਂ ਨਾਲ ਖੜੇ ਹਾਂ। ਫਿਰ ਜਿਹੜੀ ਹੈ ਟੈਕਸ ਕੰਪਲਾਇੰਸ, ਸਹੂਲਤਾਂ ਦਿੱਤੀਆਂ ਨਹੀਂ ਤੇ ਟੈਕਸ ਕਿੱਥੋਂ ਦੇਣੇ ਆ ਲੋਕਾਂ ਨੇ, ਲੇਕਿਨ ਫਿਰ ਵੀ ਕਈ ਟੈਕਸ ਨਹੀਂ ਦਿੱਤੇ ਹੁੰਦੇ, ਉਹਨਾਂ ਤੋਂ ਪੈਸੇ ਜਨਰੇਟ ਹੋ ਸਕਦੇ। ਜੇ ਉਹ ਪੈਸੇ ਅੱਜ ਸਾਡੇ ਕੋਲ ਹੋਣ, ਮੁਲਾਜ਼ਮ ਵੀ ਪੱਕੇ ਹੁੰਦੇ ਆ, ਨੌਕਰੀਆਂ ਵੀ ਦਿੱਤੀਆਂ ਜਾਂਦੀਆਂ, ਕਿਸਾਨ ਨੂੰ ਕੰਪਨਸੇਸ਼ਨ ਵੀ ਦਿੱਤੀ ਜਾਊ। ਤੇ ਆ ਜਿਹੜਾ 2018 ਤੋਂ ਜਿਹੜੀ 10,000 ਰੁਪਏ ਕੰਪਨਸੇਸ਼ਨ ਉਹਨਾਂ ਕਿਸਾਨਾਂ ਨੂੰ ਜਿਨ੍ਹਾਂ ਦੀ ਜ਼ਮੀਨ ਤਾਰਾਂ ਪਾਰ ਆ, ਦੇਖੋ ਜਿਹੜੇ ਗੰਢੇ ਨਾਲ ਰੋਟੀ ਖਾਂਦੇ ਆ, ਅਚਾਰ ਨਾਲ ਰੋਟੀ ਖਾਂਦੇ ਆ, ਸਾਰਾ ਦਿਨ ਇੱਥੇ ਧੁੱਪੇ ਸੜ ਔਰ ਧੁੱਪੇ ਸੜ ਕੇ, ਮਤਲਬ ਜਿਹੜੇ 4 ਘੰਟੇ ਇਹਨਾਂ ਨੂੰ ਕੰਮ ਕਰਨ ਨੂੰ ਮਿਲਦੇ ਨੇ, ਬਾਕੀ 3-4 ਘੰਟੇ ਕੰਮ ਕਰਕੇ। ਸਰ ਜੀ ਇੱਕ ਮਿੰਟ ਸਰ ਜੀ, ਮੈਨੂੰ 4 ਵਜੇ 5 ਵਜੇ ਬਿਜਾ ਦੇਣਾ ਵਿੱਚ ਠੜ ਜਾ। ਸੁਣ ਲਾ, ਇਹਨਾਂ ਦੇ ਖਾਤਰ ਮੈਂ ਇਹ ਕਹਿਣਾ ਕਿ 2018 ਤੋਂ ਜਿਹੜੀ ਕੰਪਨਸੇਸ਼ਨ ਨਹੀਂ ਮਿਲੀ, ਕਿਸੇ ਸਰਕਾਰ ਦੀ ਹੋਵੇ, ਕਿਸਾਨ ਸਾਡਾ ਸਰਮਾਇਆ ਹੈ, ਅੰਨਦਾਤਾ ਹੈ, ਸਮਝੇ ਨਹੀਂ? ਇਸ ਕਰਕੇ ਇਹ ਕੰਪਨਸੇਸ਼ਨ ਦੁਆਰਾ ਇਸ਼ੂ ਹੋਣੀ ਚਾਹੀਦੀ ਹੈ। ਇਹ 50 ਪੈਸੇ ਪਾ ਕੇ ਰੁਪਈਆ ਸੈਂਟਰ ਦੀ ਸਰਕਾਰ ਤੋਂ ਲੈਣਾ ਚਾਹੀਦਾ, ਇੱਕ ਦੂਜੇ ਤੇ ਉਂਗਲਾਂ ਚੱਕਣ ਦੀ ਬਜਾਏ। ਇਹ ਮੁੱਦਾ ਮੈਂ ਇਸ ਕਰਕੇ ਚੁੱਕ ਰਿਹਾ ਕਿ ਮੇਰੇ ਦਿਲ ਦੇ ਬੜਾ ਕਰੀਬ ਹੈ। ਇਹ ਚਾਹੇ ਫਿਰੋਜ਼ਪੁਰ ਹੋਵੇ, ਚਾਹੇ ਅੰਮ੍ਰਿਤਸਰ ਹੋਵੇ, ਚਾਹੇ ਗੁਰਦਾਸਪੁਰ ਹੋਵੇ, ਇਹ ਤਿੰਨੇ ਡਿਸਟ੍ਰਿਕਟਾਂ ਦੇ ਵਿੱਚ 31,000 ਏਕੜ ਜ਼ਮੀਨ ਆਉਂਦੀ ਹੈ। ਹੁਣ ਕੋਈ ਸਵਾਲ